खेत जो मांड्यो सूरमा अब जोजन को दाल। जिस मरने ते जग डरै मेरा मन आनंद, मरने ही ते पाई है पूर्ण परमानंद। मरण मुनसा सूर्या हक है, जो होए मरण परवाणु। सूर्य से आगे आखी है, दरगाह पावे साची मानू। धन धन साहिब श्री गुरु गोबिंद सिंह पातशाह जी, तिन्हां दे लत्ते जिगर बाबा अजीत सिंह जी, धन धन बाबा जुझार सिंह जी ते पंजां प्यारियां दे विचों तीन प्यारे धन धन भाई हिम्मत सिंह जी, भाई मोहकम सिंह जी, भाई सहर सिंह जी ਅਤੇ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦਾ ਮੁਹਾਂਦਰਾ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ। ਚਮਕੌਰ ਦੀ ਗੜੀ ਦੇ ਅੰਦਰ 40 ਸਿੰਘ ਹੋਰ, ਇਹਨਾਂ ਸਿੰਘਾਂ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ। ਗੁਰੂ ਸਵਾਰਿਓ, ਭੁੱਖੇ ਭਾਣੇ ਸਿੰਘ ਜਿਹੜੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਜਿਸ ਵੇਲੇ ਛੱਡਿਆ, ਸਰਸਾ ਨਦੀ ਦੇ ਵਿੱਚ ਜਿਹੜਾ ਹੜ੍ਹ ਆਇਆ ਹੋਇਆ ਸੀ, ਜਿਸ ਕਰਕੇ ਮਾਤਾ ਗੁਜਰੀ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਇੱਕ ਪਾਸੇ ਰਹਿ ਗਏ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ 40 ਸਿੰਘ ਇੱਕ ਪਾਸੇ। ਗੁਰੂ ਸਵਾਰਿਓ, ਮਗਰੋਂ ਜੋ ਕਿ ਹਿੰਦੁਸਤਾਨ ਦੇ ਰਾਜੇ ਅਤੇ ਔਰੰਗਜ਼ੇਬ ਦੇ ਜਿਹੜੇ ਅੱਗੋਂ ਹਕੂਮਤ ਦੇ ਹੁਕਮਰਾਨ, ਪਿਛਲੇ ਪਾਸੋਂ ਉਹਨਾਂ ਨੇ ਜਦੋਂ ਹਮਲਾ ਬੋਲ ਦਿੱਤਾ, ਕੁਰਾਨ ਦੀਆਂ, ਧਰਮ ਗ੍ਰੰਥਾਂ ਦੀਆਂ ਉਹਨਾਂ ਨੇ ਬੜੀਆਂ ਕਸਮਾਂ ਚੱਕੀਆਂ ਸੀ ਕਿ ਅਸੀਂ ਸਤਿਗੁਰੂ ਜੀ ਆਪ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਦਿਓ, ਅਸੀਂ ਕਿਸੇ ਵੀ ਸਿੱਖ ਤੇ ਸੰਗਤ ਤੇ ਕਿਸੇ ਤੇ ਵੀ ਹਮਲਾ ਨਹੀਂ ਕਰਾਂਗੇ। ਪਰ ਜਿੰਨੀਆਂ ਵੀ ਉਹਨਾਂ ਨੇ ਕਸਮਾਂ ਖਾਧੀਆਂ ਸੀ, ਸਾਰੀਆਂ ਉਹਨਾਂ ਨੇ ਇੱਕ ਪਾਸੇ ਰੱਖ ਕੇ ਸਿੱਖ ਸੰਗਤਾਂ ਤੇ ਗੁਰੂ ਸਾਹਿਬਾਨਾਂ ਤੇ ਉਹਨਾਂ ਨੇ ਮਗਰੋਂ ਧਾਵਾ ਬੋਲ ਦਿੱਤਾ। ਗੁਰੂ ਕੇ ਸਿੰਘ ਅਤੇ ਬੇਅੰਤ ਗ੍ਰੰਥ ਨਾਲ ਆਨੰਦ ਸਰਸਾ ਨਦੀ ਦੇ ਭੇਟ ਚੜ੍ਹ ਗਏ ਤੇ ਗੁਰੂ ਕੇ ਸਿੰਘ ਮਗਰੋਂ ਹਮਲਾਵਰਾਂ ਦੇ ਨਾਲ ਜੂਝਦੇ ਰਹੇ, ਲੜਦੇ ਰਹੇ। ਲੜਦੇ ਲੜਦੇ ਸਵੇਰ ਦਾ ਸਮਾਂ ਹੋ ਗਿਆ, ਅੰਮ੍ਰਿਤ ਵੇਲੇ ਦਾ। 10ਵੇਂ ਪਾਤਸ਼ਾਹ ਜੀ ਕਹਿੰਦੇ ਕਿ ਆਸਾ ਕੀ ਵਾਰ ਦਾ ਸਮਾਂ ਹੋ ਗਿਆ ਹੈ। ਇੱਕ ਪਾਸੇ ਦੁਸ਼ਮਣ ਫੌਜਾਂ ਮਗਰ ਲੱਗੀਆਂ ਹਨ। ਇੱਥੋਂ ਸਾਨੂੰ ਜੀਵਨ ਦੀ ਇਹ ਪ੍ਰੇਰਨਾ ਮਿਲਦੀ ਹੈ ਕਿ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਪਰਿਵਾਰ ਦਾ ਵਿਛੋੜਾ ਪੈ ਗਿਆ ਹੈ, ਦੁਸ਼ਮਣ ਫੌਜਾਂ ਮਗਰ ਹਨ, ਗੁਰੂ ਕੇ ਸਿੰਘ ਉਹਨਾਂ ਦੇ ਨਾਲ ਜੂਝ ਰਹੇ ਹਨ। ਗੁਰੂ ਸਾਹਿਬ ਜੀ ਕਹਿੰਦੇ ਕਿ ਆਸਾ ਕੀ ਵਾਰ ਦਾ ਸਮਾਂ ਹੋ ਗਿਆ ਹੈ। ਸਰਸਾ ਨਦੀ ਦੇ ਉੱਪਰ ਹੀ ਗੁਰੂ ਸਵਾਰਿਓ ਆਸਾ ਕੀ ਵਾਰ ਦੀ ਬਾਣੀ ਦਾ ਕੀਰਤਨ ਹੋਇਆ। ਉਸ ਤੋਂ ਉਪਰੰਤ ਗੁਰੂ ਸਾਹਿਬ ਜੀ ਚੱਲਦੇ ਰਹੇ, ਚਮਕੌਰ ਦੀ ਕੱਚੀ ਗੜੀ ਦੇ ਅੰਦਰ ਪੁੱਜੇ। ਸਵੇਰ ਹੋਣ ਤੇ ਗੁਰੂ ਸਵਾਰਿਓ, ਔਰੰਗਜ਼ੇਬ ਦੀਆਂ ਜਿਹੜੀਆਂ ਫੌਜਾਂ ਸਨ, ਹਿੰਦੁਸਤਾਨ ਦੇ ਜਿਹੜੇ ਰਾਜੇ ਸਨ, ਸਾਰਿਆਂ ਨੇ ਹੀ ਤਕਰੀਬਨ ਇਤਿਹਾਸ ਦੇ ਅੰਦਰ ਜ਼ਿਕਰ ਹੈ ਕਿ 10 ਲੱਖ ਫੌਜਾਂ ਨੇ ਆ ਕਰਕੇ ਉਸ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾ ਲਿਆ।
ਗੁਰੂ ਸਵਾਰਿਓ, ਪੰਜ ਸਿੰਘਾਂ ਦਾ ਜਥਾ ਜਾਂਦਾ ਰਿਹਾ। ਪਹਿਲੋਂ 5 ਸਿੰਘ ਗਏ, ਬਾਬਾ ਅਜੀਤ ਸਿੰਘ ਜੀ ਨਾਲ 5 ਸਿੰਘ ਹੋਰ, ਭਾਈ ਹਿੰਮਤ ਸਿੰਘ ਜੀ ਭੇਜੇ ਗਏ। ਬੜੀ ਸ਼ੂਰਵੀਰਤਾ ਦੇ ਨਾਲ ਉਹਨਾਂ ਨੇ ਮੈਦਾਨੀ ਜੰਗ ਦੇ ਅੰਦਰ ਦੁਸ਼ਮਣਾਂ ਦੇ ਨਾਲ ਟਾਕਰਾ ਕੀਤਾ। 10ਵੇਂ ਪਾਤਸ਼ਾਹ ਜੀ ਕੱਚੀ ਗੜੀ ਦੇ ਉੱਪਰ ਜਿਹੜੀ ਮੂੰਟੀ ਬਣੀ ਹੁੰਦੀ ਆ ਉੱਪਰੋਂ ਤੀਰਾਂ ਦੀ ਬੁਛਾਰ ਕਰਦੇ ਰਹੇ। ਸੋ ਮੈਦਾਨੀ ਜੰਗ ਦੇ ਅੰਦਰ ਅਤ ਹੀ ਰਣ ਮੈਂ ਤਬ ਜੂਝ ਮਰੂ, ਬਾਬਾ ਅਜੀਤ ਸਿੰਘ ਜੀ ਅਤੇ ਨਾਲ 5 ਸਿੰਘ ਸ਼ਹਾਦਤ ਦਾ ਜਾਮ ਪੀਤਾ। ਫਿਰ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਨੂੰ ਭੇਜਿਆ ਗਿਆ। ਬਾਬਾ ਜੁਝਾਰ ਸਿੰਘ ਜੀ ਖੁਦ ਆਪਣੇ ਆਪ ਮੰਗ ਕਰ ਰਹੇ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਰਹਿਮਤ ਕਰੋ। ਹਾਲਾਂਕਿ 5 ਸਿੰਘਾਂ ਵੱਲੋਂ ਆਖਿਆ ਗਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਸਾਹਿਬਜ਼ਾਦੇ ਕਿਰਪਾ ਕਰਕੇ ਇਸ ਕੱਚੀ ਗੜੀ ਨੂੰ ਛੱਡ ਦਿਓ। ਪਰ ਗੁਰੂ ਸਾਹਿਬ ਜੀ ਨੇ ਆਖਿਆ ਕਿ ਤੁਸੀਂ ਸਾਰੇ ਹੀ ਮੇਰੇ ਪੁੱਤਰ ਹੋ, ਮੈਂ ਕਿਹਨੂੰ ਛੱਡਾਂ ਤੇ ਕਿਹਨੂੰ ਰੱਖਾਂ। ਬਾਬਾ ਜੁਝਾਰ ਸਿੰਘ ਜੀ ਦੇ ਕਹਿਣ ਤੇ ਗੁਰੂ ਸਵਾਰਿਓ 5 ਸਿੰਘਾਂ ਦਾ ਜਥਾ ਭੇਜਿਆ ਗਿਆ। 10ਵੇਂ ਪਾਤਸ਼ਾਹ ਜੀ ਨੇ ਆਪ ਕਲਗੀ ਲਾਈ, ਬਾਬਾ ਜੁਝਾਰ ਸਿੰਘ ਜੀ ਦੇ ਸ਼ਸਤਰ ਸਜਾਏ ਅਤੇ ਮੈਦਾਨੀ ਜੰਗ ਦੇ ਅੰਦਰ ਤੋਰਿਆ। ਬਾਬਾ ਜੁਝਾਰ ਸਿੰਘ ਜੀ ਬੜੀ ਹਿੰਮਤ ਦੇ ਨਾਲ ਹਮਲਾਵਰਾਂ ਦੇ ਨਾਲ ਲੜਦੇ ਰਹੇ, ਅਖੀਰੀ ਸ਼ਹਾਦਤ ਦਾ ਜਾਮ ਪੀਤਾ। ਕਿਉਂਕਿ ਗੁਰੂ ਸਵਾਰਿਓ ਇੱਕ ਪਾਸੇ 10 ਲੱਖ ਫੌਜ ਤੇ ਦੂਜੇ ਪਾਸੇ 5 ਸਿੰਘਾਂ ਦਾ ਜਥਾ ਜਾਂਦੇ ਰਹੇ। ਫਿਰ ਵੀ ਇੰਨਾ ਲੜੇ ਕਿ ਜਦੋਂ 2 ਜਥੇ ਹੀ ਗਏ ਸਨ, ਤਕਰੀਬਨ ਦੁਪਹਿਰ ਦਾ ਸਮਾਂ ਹੋ ਗਿਆ ਸੀ। ਇੰਨਾ ਜੂਝਦੇ ਰਹੇ, ਸਵੇਰ ਤੋਂ ਲੈ ਕੇ ਦੁਪਹਿਰ ਤੱਕ 2 ਜਥੇ ਹੀ ਲੜਦੇ ਰਹੇ। ਇਸ ਤਰ੍ਹਾਂ 5 ਜਥੇ ਭੇਜੇ ਗਏ। ਸੋ ਗੁਰੂ ਸਵਾਰਿਓ ਸ਼ਾਮ ਦਾ ਸਮਾਂ ਹੋ ਗਿਆ, ਯੁੱਧ ਬੰਦ ਹੋਇਆ ਅਤੇ 10ਵੇਂ ਪਾਤਸ਼ਾਹ ਜੀ ਨੂੰ 5 ਸਿੰਘਾਂ ਨੇ ਹੁਕਮ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਨੂੰ 5 ਪਿਆਰਿਆਂ ਵੱਲੋਂ ਹੁਕਮ ਹੈ ਕਿ ਤੁਹਾਨੂੰ ਇਹ ਚਮਕੌਰ ਦੀ ਕੱਚੀ ਗੜੀ ਨੂੰ ਛੱਡਣਾ ਪਵੇਗਾ। ਜੇ ਤੁਸੀਂ ਰਹੋਗੇ ਤੇ ਅੱਗੇ ਪੰਥ ਨੂੰ ਹੋਰ ਵੀ ਵਧਾ ਦਿਓਗੇ, ਖਾਲਸੇ ਪੰਥ ਦੀ ਆਪੇ ਹੀ ਜਿੱਤ ਹੋ ਜਾਵੇਗੀ। ਉਹਨਾਂ 5 ਸਿੰਘਾਂ ਦੇ ਕਹਿਣ ਤੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਚਮਕੌਰ ਦੀ ਕੱਚੀ ਗੜੀ ਦੇ ਉੱਪਰ ਖੜ ਕੇ ਤਾੜੀ ਮਾਰ ਕੇ ਉੱਥੋਂ ਨਿਕਲੇ। ਸੋ ਗੁਰੂ ਸਵਾਰਿਓ ਇਸ ਮਹੀਨੇ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਹਾੜਾ ਆਇਆ, ਹੁਣੇ ਆਪਾਂ ਮਨਾਇਆ ਸੀ ਪਰਸੋਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, 10ਵੇਂ ਪਾਤਸ਼ਾਹ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਅੰਦਰ ਹੀ ਆਪਣੇ ਪਿਤਾ ਨੂੰ ਹਿੰਦੂ ਧਰਮ ਦੀ ਖਾਤਰ ਜੋ ਉਹਨਾਂ ਨੇ ਸ਼ਹਾਦਤ ਦਾ ਬਲਿਦਾਨ ਦੇਣ ਵਾਸਤੇ ਤੋਰਿਆ। ਸ਼ਹੀਦ ਦਾ ਪੁੱਤਰ ਕਹਾਉਂਦਾ ਸੀ ਅਤੇ ਜਿਸ ਵੇਲੇ 4 ਸਾਹਿਬਜ਼ਾਦੇ ਦੇਸ਼ ਕੌਮ ਧਰਮ ਦੀ ਖਾਤਰ ਵਾਰੇ ਤੇ ਫਿਰ ਸ਼ਹੀਦ ਪੁੱਤਰਾਂ ਦਾ ਪਿਤਾ 10ਵੇਂ ਪਾਤਸ਼ਾਹ ਜੀ ਕਹਾਉਣ ਲੱਗ ਪਏ ਅਤੇ ਕਹਿ ਦਿੱਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 मोए तो क्या हुआ जीवत कई हजार। सतगुਰਾਂ ਨੇ ਸਾਰੀ ਸਿੱਖ ਸੰਗਤ ਨੂੰ ਆਖਿਆ ਕਿ ਇਹ ਸਾਰੇ ਮੇਰੇ ਪੁੱਤਰ ਹਨ ਅਤੇ ਖਾਲਸੇ ਨੂੰ ਵਰ ਦਿੱਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਅਤੇ ਆਖਿਆ ਰਹਿਣੀ ਰਹਿ
सोई सिख मेरा ओ ठाकुर मैं उसका चेरा, रहत बिना ना सिंह कहावै रहत बिना, दर चोटा खावै रहत बिना सुख कबहू ना लहै, तांते रहत सो दृढ़ कर गहै, खालसा खास कहावै सोई, जाकै हिरदै भरम ना होई, भरम भेखते रह नियारा, सो खालस सतगुरु हमारा। सो ऐसे दीन दयाल सतगुरु सच्चे पातशाह जी जो अज के दिन बाबा अजीत सिंह जी, बाबा जुझार सिंह जी नाल 40 गुरु के सिंह तिन्हां ने शहादत का जाम पीता। सो गुरु सवारियो, जिहड़ी सिख धर्म की नींह ये गुरु सवारियो खून के नाल सिंजी गई है, तो ये जज्बा तां ही अंदर आ सकता है जे गुरु की मेहर होवे, कृपा हो। दुनिया के उपर 4 तरह दी मौतां हैं। एक तो फिजिकली शरीर की डैथ हो जाए, दूसरी मौत बाणी के अंदर आख्या है कि जिन्हों परमेश्वर का नाम भुल जाए, सो मूआ जिस मनो विसारे, आखां जीवा विसरै मर जाओ, तुद चित आए महा आनंदा, जिस विसरै सो मर जाए जी। पहली मौत शरीर की फिजिकली डैथ, तो दूसरी मौत ही की है परमेश्वर का भुल जाना, सो मूआ जिस मनो विसारे। सतगुरु जी कहते उन्होंने भी मरिया ही समझो जिन्हें परमेश्वर के नाम नूं अपने मनों भुलाया हुआ है। ते तीजा मरना की है, जिउंदियां जी ही गुरु के शब्द के अंदर मर मिटना, जिन्हों भाई साहब भाई गुरदास जी ने आख्या है, मुर्दा होए मुरीद ना गली होमना, अब कैसे मरूं मरण मन मानिया, मार मार जाती जिन राम ना जाने। अपने मन दियां ख्वाहिशां नूं मार लेना ते गुरु के दरसाए मार्ग ते चलना, जिउंदियां जी ही अपने मन नूं मार लेना। अते चौथा मरना गुरबाणियों का दसिया है, मरण मुरसा सूरिया हक है, जो होए मरै परवाणु, सूरे से ही आगे आखिए, दरगाह पावे साची मान, दरगाह मान पावे पत स्यो जावे। उस सूरमिया की मौत मरना, रण तत्ते के अंदर मरना, जिन्हों 10वें पातशाह जी कहते, जब आव की औद निदान बने, अत ही रण में तब जूझ में। 10वें पातशाह जी के लखते जिगर बाबा अजीत सिंह जी, बाबा जुझार सिंह जी, 3 प्यारे अते गुरु के अत प्यारे गुरु के सिंह 40 सिंह अज के दिन गुरु सवारे चमकौर की कच्ची गढ़ी के अंदर उन्होंने शहादत का जाम पीता। अते 8 पोह की रात बीबी हरशरण कौर साहिबजादियां समेत जितनियां भी संघां दीयां देहां सन, सारियां नूं उन्होंने इकट्ठे करके लकड़ां इकट्ठियां करके उपर अग के उपर उन्होंने उन्होंने संस्कार किया। तो जिस वेले मुस्लिम फौजा ने देखा कि माता हरशरण कौर जी सिंघां दा, गुरु के प्यारियां दा, साहिबजादियां दा संस्कार कर रहे हैं, उन्होंने जमदियां जी ही माता हरशरण कौर को भी अगन दे भेंट कर दिता। सो गुरु सवारियो, सिक्खी का इतिहास कुर्बानियां दे नाल भरिया पिया। आपां रोज़ अरदास के अंदर पढ़दे हां, जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए कोपरियां लुहाइयां, चरखियां ते चढ़े तन आरियां नाल चिराए गए, गुरुद्वारियां की सेवा लई कुर्बानियां कीतियां, सवा सवा मन के पीसने पीसे, माइयां बीबियां ने बच्चियां के छोटे छोटे टुकड़े करा के गलों में हार पवाए, पर सिक्खी सिदक नहीं हारिया। गुरु सवारियो, ये शहादत के दिहाड़े मनाने बहुत चंगी गल है, पर उन्हें आपां माइयां बीबियां जीवन वालियां तो आपां सेध लईए कि माता गुजर कौर जी ने साहिबजादियां के अंदर किन्ना बाणी का किन्ना गुर इतिहास उन्होंने अंदर उन्होंने दृढ़ कराया। गुरु के प्यारे सिखा ने जिहड़े गुरु वास्ते कुर्बानियां दित्तियां,
ਕਿੰਨਾ ਗੁਰੂ ਦਾ ਸ਼ਬਦ ਉਹਨਾਂ ਦੇ ਹਿਰਦੇ ਦੇ ਵਿੱਚ ਵਸਿਆ ਹੋਣਾ, ਜਿਹੜਾ ਗੁਰੂ ਦੀ ਖਾਤਰ ਆਪਣੇ ਆਪ ਨੂੰ ਭੇਟ ਚਾੜ ਦਿੱਤਾ। ਇਹਨੂੰ ਗੁਰਬਾਣੀ ਕਹਿੰਦੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਏ। ਅੱਜ ਅਸੀਂ ਝਾਤ ਮਾਰੀਏ ਕਿ ਅਸੀਂ ਗੁਰੂ ਦਾ ਕਿੰਨਾ ਕੁ ਹੁਕਮ ਮੰਨਦੇ ਹਾਂ। ਅਸੀਂ ਗੁਰੂ ਦਾ ਨਿਤਨੇਮ ਕਰਨੇ ਹਾਂ, ਅਸੀਂ ਸੰਧਿਆ ਦਾ ਨਿਤਨੇਮ ਕਰਨੇ ਹਾਂ, ਅਸੀਂ ਸਹਿਜ ਪਾਠ ਕਰਨੇ ਹਾਂ, ਜਾਂ ਬਾਣੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਬਤੀਤ ਕਰ ਰਹੇ ਹਾਂ। ਸਾਡੇ ਖਾਤਰ ਉਹਨਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਉਸ ਵੇਲੇ ਜੇ ਹਿੰਦੂ ਧਰਮ ਤੇ ਭੀੜ ਪਈ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਅੱਜ ਸਾਡੇ ਉੱਪਰ ਕੋਈ ਭੀੜ ਨਹੀਂ ਹੈ। ਅੱਜ ਗੁਰੂ ਸਾਹਿਬ ਜੀ ਨੇ ਇਨਹੀ ਕੀ ਕਿਰਪਾ ਕੇ ਸਜੇ ਹਮੇ, ਕਿੰਨਾ ਗੁਰੂ ਸਾਹਿਬ ਜੀ ਨੇ ਸੁਖ ਸੁਵਿਧਾ ਦੇ ਸਾਧਨ ਦਿੱਤੇ ਹਨ, ਸਭ ਕੁਝ ਦਿੱਤਾ ਹੈ। ਪਰ ਅਸੀਂ ਫਿਰ ਵੀ ਨਿਤਨੇਮ ਤੋਂ, ਗੁਰੂ ਦੇ ਸ਼ਬਦ ਤੋਂ, ਗੁਰੂ ਕੀ ਬਾਣੀ ਤੋਂ, ਗੁਰੂ ਕੇ ਨਾਮ ਤੋਂ ਕਿੰਨਾ ਹੁੰਦੇ ਜਾ ਰਹੇ ਹਾਂ। ਜਿਵੇਂ ਜਿਵੇਂ ਅਸੀਂ ਗੁਰੂ ਦੇ ਸ਼ਬਦ ਤੋਂ ਟੁੱਟਾਂਗੇ, ਗੁਰੂ ਸਵਾਰਿਓ, ਬਾਣੀ ਕਹਿੰਦੀ ਹੈ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰਲਾਏ। ਉਹਨਾਂ ਦੇ ਪੂਰਨਿਆਂ ਦੇ ਉੱਪਰ ਜਿਹੜੇ ਉਹਨਾਂ ਨੇ ਪਾਏ ਹਨ, ਜੇ ਉਹਨਾਂ ਦੇ ਅਨੁਸਾਰ ਹੀ ਆਪਾਂ ਜੀਵਨ ਬਤੀਤ ਕਰਾਂਗੇ, ਤਾਂ ਹੀ ਸਾਡਾ ਇਹ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਬਣੇਗਾ।